हाँ जी प्यारे विद्यार्थियों, सारिਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। मैं ਲੈਕਚਰਰ ਸਿਮਰਨਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ। ਆਪਾਂ ਅੱਜ ਦਾ ਜਿਹੜਾ ਪਾਠ ਹੈ ਉਹ ਪੜਨ ਜਾ ਰਹੇ ਹਾਂ ਜਮਾਤ 12ਵੀਂ ਦੀ ਜਿਹੜੀ ਸਾਡੀ ਪੁਸਤਕ ਹੈ ਪੰਜਾਬੀ ਸਾਹਿਤ ਦਰਪਣ ਵਾਲੀ। ਉਹਦੇ ਵਿੱਚੋਂ ਖੰਡ ਪਹਿਲੇ ਦੇ ਵਿੱਚ ਜਿਹੜਾ ਕਵਿਤਾ ਵਾਲਾ ਭਾਗ ਹੈ ਉਹਦੇ ਵਿੱਚੋਂ ਪਹਿਲਾ ਪਾਠ ਹੈ ਜਿਹੜਾ ਉਹ ਹੈਗਾ ਡਾਕਟਰ ਭਾਈ ਵੀਰ ਸਿੰਘ ਬਾਰੇ। ਆਪਾਂ ਉਹਨਾਂ ਦੇ ਬਾਰੇ ਵਿਚਾਰ ਚਰਚਾ ਕਰਾਂਗੇ, ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਦੇ ਰੱਖੀਆਂ ਉਹਨਾਂ ਦੇ ਆਪਾਂ ਸਰਲ ਅਰਥ ਵੀ ਕਰਾਂਗੇ ਨਾਲ ਨਾਲ। ਸੋ ਆਪਾਂ ਖੰਡ ਪਹਿਲਾ ਤੁਹਾਨੂੰ ਪਤਾ ਹੀ ਹੈ ਆਪਣੀ ਜਿਹੜੀ ਆਪਣੀ ਪਾਠ ਪੁਸਤਕ ਹੈ ਜਮਾਤ 12ਵੀਂ ਵਾਲੀ ਉਹ 3 ਭਾਗਾਂ ਦੇ ਵਿੱਚ 3 ਖੰਡਾਂ ਦੇ ਵਿੱਚ ਵੰਡੀ ਹੋਈ ਹੈ। ਉਹਦੇ ਵਿੱਚੋਂ ਪਹਿਲਾ ਖੰਡ ਹੈ ਜਿਹੜਾ ਉਹ ਕਵਿਤਾ ਦੇ ਨਾਲ ਸੰਬੰਧਿਤ ਹੈ। ਸੋ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਬਾਰੇ। ਹਾਂਜੀ, ਭਾਈ ਵੀਰ ਸਿੰਘ ਜੀ ਦੀ ਜੀਵਨ ਦੇ ਬਾਰੇ ਹੈ ਨਾ। ਸ਼ੁਰੂ ਦੇ ਵਿੱਚ ਜਦੋਂ ਤੁਸੀਂ ਕਿਤਾਬ ਹੁਣ ਤੁਸੀਂ ਰੱਖਣੀ ਹੈ ਸਾਹਮਣੇ ਤਾਂ ਤੁਸੀਂ ਦੇਖਿਓ ਵੀ ਸ਼ੁਰੂ ਦੇ ਵਿੱਚ ਜਾਣ ਪਛਾਣ ਦਿੱਤੀ ਹੋਈ ਹੈ ਭਾਈ ਵੀਰ ਸਿੰਘ ਜੀ ਬਾਰੇ। ਉਹਨਾਂ ਦਾ ਜੀਵਨ ਦਿੱਤਾ ਹੋਇਆ, ਉਸ ਤੋਂ ਬਾਅਦ ਉਹਨਾਂ ਦੀਆਂ ਰਚਨਾਵਾਂ ਦਿੱਤੀਆਂ ਹੋਈਆਂ ਹੈ ਨਾ। ਭਾਈ ਵੀਰ ਸਿੰਘ ਜੀ ਦਾ ਜਨਮ ਹੈ ਜਿਹੜਾ ਇਹ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਦੇ ਵਿੱਚ ਹੁੰਦਾ ਹੈ। ਤੇ ਭਾਈ ਵੀਰ ਸਿੰਘ ਜੀ ਦੀਆਂ ਮੇਨ ਗੱਲਾਂ ਮੈਂ ਤੁਹਾਨੂੰ ਮੁੱਖ ਗੱਲਾਂ ਜੇ ਦੱਸਾਂ ਤਾਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਵਜ਼ੀਰ ਹਿੰਦ ਪ੍ਰੈਸ ਲਗਵਾਈ ਸੀ, ਖਾਲਸਾ ਸਮਾਚਾਰ ਪੱਤਰ ਵੀ ਸ਼ੁਰੂ ਕੀਤਾ ਸੀ। ਸੋ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਕਾਵ ਰਚਨਾਵਾਂ ਤੁਸੀਂ ਪੜ੍ਹੋਗੇ ਤੇ ਉਹਦੇ ਵਿੱਚੋਂ ਮੇਰੇ ਸਾਈਆਂ ਜੀਓ ਜਿਹੜੀ ਉਹਨਾਂ ਦੀ ਕਾਵ ਸੰਗ੍ਰਹਿ ਵਾਲੀ ਪੁਸਤਕ ਸੀ ਉਹਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ। ਨਾਲ ਤੁਸੀਂ ਇਹ ਵੀ ਪੜ੍ਹੋਗੇ ਕਿ ਭਾਈ ਵੀਰ ਸਿੰਘ ਜੀ ਹੈ ਜਿਹੜੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਹੈ। ਭਾਈ ਵੀਰ ਸਿੰਘ ਜੀ ਨੂੰ ਛੋਟੀ ਕਵਿਤਾ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ। ਸੋ ਇਹ ਆਪਾਂ ਗੱਲ ਹੋ ਗਈ ਜੀ ਕਵੀ ਦੇ ਬਾਰੇ। ਹੁਣ ਆਪਾਂ ਗੱਲ ਕਰਦੇ ਉਹਨਾਂ ਦੀਆਂ ਕਵਿਤਾਵਾਂ ਬਾਰੇ। ਪਹਿਲੀ ਕਵਿਤਾ ਤੁਹਾਡੇ ਸਾਹਮਣੇ ਜੋ ਨਜ਼ਰ ਆ ਰਹੀ ਹੈ ਇਹਦਾ ਸਰਲੇਖ ਹੈ ਚੜ੍ਹ ਚੱਕ ਤੇ ਚੱਕ ਘੁਮਾਨੀ ਆ। ਠੀਕ ਹੈ ਜੀ, ਹੁਣ ਮੈਂ ਕਵਿਤਾ ਵਾਚਨ ਕਰਦਾ, ਤੁਸੀਂ ਧਿਆਨ ਨਾਲ ਸੁਣੋ। ਪਹਿਲਾਂ ਕਵਿਤਾ। ਚੜ੍ਹ ਚੱਕ ਤੇ ਚੱਕ ਘੁਮਾਨੀਆਂ ਮਹੀਵਾਲ ਤੋਂ ਸਦਕੇ ਪਈ ਜਾਨੀ ਆ, ਸਦਕੇ ਪਈ ਜਾਨੀ ਆ। ਮੈਂ ਤਾਂ ਬੱਦਲਾਂ ਨੂੰ ਫਰਸ਼ ਬਣਾਨੀ ਆ, ਉੱਤੇ ਨਾਚ ਰੰਗੀਲੜੇ ਪਾਨੀ ਆ। ਬਾਜੀ ਬਿਜਲੀ ਦੇ ਨਾਲ ਲਗਾਨੀਆਂ, ਖਿੜ ਹੱਸਨੀਆਂ ਉਹਨੂੰ ਸ਼ਰਮਾਨੀਆਂ। ਤਾਰੇ ਕੇਸਾਂ ਦੇ ਵਿੱਚ ਗੁੰਦਾਨੀਆਂ, ਚੰਦ ਮੱਥੇ ਤੇ ਚਾ ਲਟਕਾਨੀਆਂ। ਮੈਂ ਪੂਰੀ ਕਵਿਤਾ ਪੜ੍ਹਦਾ ਇੱਕ ਵਾਰੀ। ਹਾਂ। ਨੀਲੇ ਅਰਸ਼ਾਂ ਤੇ ਠੁਮਕਦੀ ਜਾਨੀਆਂ, ਮੀਂਹ ਕਿਰਨਾਂ ਦਾ ਪਈ ਵਸਾਨੀਆਂ। ਜਿੰਦ ਕਣੀਆਂ ਦੀ ਲੁੱਟ ਲੁਟਾਨੀਆਂ, ਅਰਸ਼ੀ ਪੀਂਘ ਕਮਾਨ ਬਣਾਨੀਆਂ। ਰੰਗ ਰੂਪ ਦੇ ਤੀਰ ਵਸਾਨੀਆਂ, ਨੂਰ ਅੱਖੀਆਂ ਵਿੱਚ ਸਮਾਨੀਆਂ। ਨੂਰੋ ਨੂਰ ਹਵੰਦੜੀ ਜਾਨੀਆਂ, ਨੂਰ ਨੂਰੀਆਂ ਨੂੰ ਪਈ ਲਾਨੀਆਂ। ਇਹ ਸੀਗੀ ਆਪਣੀ ਕਵਿਤਾ ਵਾਚਨ। ਹੁਣ ਆਪਾਂ ਗੱਲ ਕਰਦੇ ਹਾਂ ਕਵਿਤਾ ਦੇ ਵਿੱਚ ਕਵੀ ਡਾਕਟਰ ਭਾਈ ਵੀਰ ਸਿੰਘ ਜੀ ਕਹਿਣਾ ਕੀ ਚਾਹੁੰਦੇ ਆ। ਹੁਣ ਇਹਦੇ ਵਿੱਚੋਂ ਪ੍ਰਸ਼ਨ ਕਿਵੇਂ ਬਣ ਸਕਦੇ ਆ ਸਾਡੇ ਜਿਹੜੇ ਪੇਪਰ ਹੈ ਉਹਨਾਂ ਦੇ ਵਿੱਚ ਕਿ ਇਸ ਕਵਿਤਾ ਦਾ ਤੁਹਾਨੂੰ ਸਾਰ ਪੁੱਛਿਆ ਜਾ ਸਕਦਾ, ਇਸ ਕਵਿਤਾ ਦਾ ਤੁਹਾਨੂੰ ਜਿਹੜਾ ਆਪਾਂ ਕਹਿ ਦਿੰਦੇ ਹਾਂ ਭਾਵ ਉਹ ਪੁੱਛਿਆ ਜਾ ਸਕਦਾ ਹੈ ਨਾ। ਸੋ ਤੁਸੀਂ ਧਿਆਨ ਦੇ ਵਿੱਚ ਧਿਆਨ ਨਾਲ ਗੱਲਾਂ ਸੁਣਨੀਆਂ। ਬਹੁਤ ਸਾਰੀਆਂ ਗੱਲਾਂ ਤੁਹਾਨੂੰ ਵੈਸੇ ਹੀ ਸਮਝ ਆ ਗਈਆਂ ਹੋਣਗੀਆਂ। ਹਾਂ, ਸਭ ਤੋਂ ਪਹਿਲਾਂ ਹੈ ਚੜ੍ਹ ਚੱਕ ਤੇ ਚੱਕ ਘੁਮਾਨੀਆਂ ਮਹੀਵਾਲ ਤੋਂ ਸਦਕੇ ਪਈ ਜਾਨੀਆਂ। ਇਹਦੇ ਵਿੱਚ ਚੱਕ ਸ਼ਬਦ ਜਿਹੜਾ ਦਿੱਤਾ ਹੋਇਆ ਨਾ ਇਹਦਾ ਅਰਥ ਹੁੰਦਾ ਹੈ ਜਿਸ ਉੱਪਰ ਘੁਮਿਆਰ ਭਾਂਡੇ ਬਣਾਉਂਦਾ ਹੈ, ਜਿਸ ਉੱਪਰ ਘੁਮਿਆਰ ਹੈ ਜਿਹੜਾ ਉਹ ਭਾਂਡੇ ਬਣਾਉਂਦਾ ਹੈ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ, ਉਹਨੂੰ ਆਪਾਂ ਕਹਿ ਦਿੰਦੇ ਆ ਚੱਕ। ਠੀਕ ਹੈ ਭਾਈ, ਘੁਮਿਆਰ ਭਾਂਡੇ ਬਣਾਉਂਦਾ ਹੈ। ਗੱਲ ਕਲੀਅਰ ਹੋ ਗਈ ਆਪਣੀ? ਹਾਂ ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹਾਂ ਚੜ੍ਹ ਚੱਕ ਤੇ ਚੱਕ ਘੁਮਾਨੀਆਂ। ਚੱਕ ਦੇ ਉੱਪਰ ਚੱਕ ਹੈ ਨਾ ਹੁੰਦਾ ਤੇ ਉਸ ਦੇ ਉੱਪਰ ਐਵੇਂ ਘੁਮਿਆਰ ਹੈ ਜਿਹੜਾ ਉਹ ਬਰਤਨ ਭਾਂਡੇ ਬਣਾ ਰਿਹਾ ਹੁੰਦਾ। ਮਹੀਵਾਲ ਤੋਂ ਸਦਕੇ ਪਈ ਜਾਨੀ ਹੈ। ਕਵੀ ਨੇ ਇੱਥੇ ਮਹੀਵਾਲ ਦਾ ਨਾਮ ਲਿਆ। ਸੋਹਣੀ ਮਹੀਵਾਲ ਦੀ ਕਥਾ ਨੂੰ ਆਧਾਰ ਬਣਾ ਕੇ ਕਵੀ ਨੇ ਆਪਣੇ ਆਪ ਨੂੰ ਸੋਹਣੀ ਕਿਹਾ ਹੈ, ਭਾਵ ਇਸਤਰੀ ਰੂਪ ਵਿੱਚ ਪ੍ਰਗਟ ਕੀਤਾ ਹੈ। ਤੇ ਮਹੀਵਾਲ ਦਾ ਮਤਲਬ ਕਿ ਉਸ ਪਰਮਾਤਮਾ ਨੂੰ ਇਹ ਕਵਿਤਾ ਸੰਬੋਧਨ ਕੀਤੀ ਹੈ। ਇਹ ਮਹੀਵਾਲ ਦਾ ਮਤਲਬ ਪਰਮਾਤਮਾ, ਬਸ ਨਾਮ ਲਿਆ ਹੈ ਮਹੀਵਾਲ। ਮਹੀਵਾਲ ਦਾ ਹੋਰ ਕੋਈ ਇੱਥੇ ਕੋਈ ਮਤਲਬ ਇਹਦਾ ਮਹੱਤਵ ਨਹੀਂ ਹੈਗਾ ਇਸ ਕਵਿਤਾ ਵਿੱਚ, ਬਸ ਉਹ ਪ੍ਰਤੀਕ ਰੂਪ ਦੇ ਵਿੱਚ ਵਰਤਿਆ। ਮਹੀਵਾਲ ਤੋਂ ਸਦਕੇ ਪਈ ਜਾਨੀ ਆ। ਆਪਣੇ ਆਪ ਨੂੰ ਹੈ ਨਾ ਜਦੋਂ ਤੁਸੀਂ ਪੜ੍ਹਦੇ ਆ ਚੜ੍ਹ ਚੱਕ ਤੇ ਚੱਕ ਘੁਮਾਨੀਆਂ ਜਾਨੀਆਂ, ਇਹ ਤੋਂ ਪਤਾ ਲੱਗਦਾ ਵੀ ਕਵੀ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਪੇਸ਼ ਕਰ ਰਿਹਾ। ਇਸਤਰੀ ਰੂਪ ਵਿੱਚ ਹੈ ਨਾ, ਇਸਤਰੀ ਰੂਪ ਵਿੱਚ ਇਸਤਰੀ ਰੂਪ ਵਿੱਚ ਪੇਸ਼ ਕਰਨ ਕਰਕੇ ਵੀ ਉੱਤੇ ਨਾਚ ਰੰਗੀਲੜੇ ਪਾਨੀ ਆ, ਵੀ ਮੈਂ ਉੱਤੇ ਨਾਚ ਨੱਚ ਰਹੀ ਹਾਂ
ਨੱਚ ਰਿਹਾ ਹਾਂ ਨਹੀਂ, ਨੱਚ ਰਹੀ ਹਾਂ, ਮਤਲਬ ਇਸਤਰੀ ਰੂਪ ਵਿੱਚ ਪੇਸ਼ ਕਰਦਾ ਹੈ। ਹੁਣ ਕੀ ਅੱਗੇ ਸੁਣੋ, ਮਹੀਵਾਲ ਤੋਂ ਸਦਕੇ ਪਈ ਜਾਨੀ ਹੈ। ਸਦਕੇ ਜਾਣਾ ਇੱਕ ਮੁਹਾਵਰੇਦਾਰ ਭਾਸ਼ਾ ਹੈ ਨਾ, ਸਦਕੇ ਜਾਣਾ, ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਕਿਸੇ ਦੇ ਬਲਿਹਾਰੇ ਜਾਣਾ, ਵਾਰੇ ਵਾਰੇ ਜਾਣਾ ਹੈ ਨਾ, ਆਪਾਂ ਉਹਨੂੰ ਕਹਿ ਦਿੰਦੇ ਆ ਬਲਿਹਾਰੇ ਜਾਣਾ, ਵਾਰੇ ਵਾਰੇ ਜਾਣਾ, ਕਿਸੇ ਤੋਂ ਕੁਰਬਾਨ ਜਾਣਾ। ਕਿੰਨੇ ਅਰਥ ਬਣਦੇ ਆ ਸਦਕੇ ਜਾਣ, ਵੀ ਮੈਂ ਉਸ ਪਰਮਾਤਮਾ ਦੇ ਵਾਰੇ ਵਾਰੇ ਜਾਨੀ ਆ, ਬਲਿਹਾਰੇ ਜਾਨੀ ਆ, ਚੜ ਚੱਕ ਤੇ ਚੱਕ ਘੁਮਾਨੀ ਆ। ਜਿਵੇਂ ਸੋਹਣੀ ਹੈ ਜਿਹੜੀ ਉਹ ਚੱਕ ਤੇ ਚੱਕ ਰੱਖ ਕੇ ਜਿਹੜਾ ਭਾਂਡਾ ਬਣਾ ਰਹੀ ਹੈ, ਨਾਲ ਨਾਲ ਮਹੀਵਾਲ ਭਾਵ ਆਪਣੇ ਪਰਮਾਤਮਾ ਨੂੰ ਯਾਦ ਕਰ ਰਹੀ ਹੈ। ਠੀਕ ਹੈ ਵੀ ਮੈਂ ਤਾਂ ਬੱਦਲਾਂ ਨੂੰ ਫਰਸ਼ ਬਣਾਨੀ ਆ, ਉੱਤੇ ਨਾਚ ਰੰਗੀਲੜੇ ਪਾਨੀ ਆ। ਅੱਗੇ ਕਵੀ ਨੇ ਥੋੜੀ ਜਿਹੀ ਕਲਪਨਾ ਕੀਤੀ ਹੈ। ਅੱਛਾ ਹੁਣ ਸੁਣੋ ਗੱਲ, ਕਿਵੇਂ ਕਲਪਨਾ ਹੋਈ। ਤੁਸੀਂ ਕਹੋਗੇ ਸਰ ਕਿਵੇਂ ਹੈ ਕਲਪਨਾ, ਕਿਵੇਂ ਹੈ ਇਹਦੇ ਵਿੱਚ? ਮੈਂ ਤਾਂ ਬੱਦਲਾਂ ਨੂੰ ਫਰਸ਼ ਬਣਾਉਣੀ ਹੈ, ਵੀ ਬੱਦਲਾਂ ਨੂੰ ਮੈਂ ਫਰਸ਼ ਬਣਾ ਲੈਂਦੀ ਹਾਂ। ਇਹ ਕਲਪਨਾ ਹੈ ਕਵੀ ਦੀ, ਵੀ ਮੈਂ ਬੱਦਲਾਂ ਨੂੰ ਫਰਸ਼ ਬਣਾ ਲੈਂਦੀ ਹਾਂ ਅਤੇ ਉਹ ਬੱਦਲਾਂ ਰੂਪੀ ਫਰਸ਼ਾਂ 'ਤੇ ਮੈਂ ਕੀ ਕਰਦੀ ਹਾਂ, ਉੱਤੇ ਨਾਚ ਰੰਗੀਲੜੇ ਪਾਉਂਦੀ ਹਾਂ, ਉੱਤੇ ਰੰਗੀਲੇ ਨਾਚ, ਵੱਖ ਵੱਖ ਤਰ੍ਹਾਂ ਦੇ ਮੈਂ ਨਾਚ ਨੱਚਦੀ ਹਾਂ। ਨਾਚ ਨੱਚਣਾ ਭਾਵ ਖੁਸ਼ੀ ਪ੍ਰਗਟ ਕਰਦੀ ਹੈ। ਬਾਜੀ ਬਿਜਲੀ ਦੇ ਨਾਲ ਲਗਾਨੀ ਆ। ਅੱਛਾ ਬਾਜੀ ਦਾ ਮਤਲਬ ਹੁੰਦਾ ਸ਼ਰਤ ਲਗਾਉਣੀ। ਬਾਜੀ ਦਾ ਮਤਲਬ ਕੀ ਹੁੰਦਾ ਬੇਟਾ ਜੀ? ਸ਼ਰਤ ਲਗਾਉਣੀ। ਬਾਜੀ ਬਿਜਲੀ ਦੇ ਨਾਲ ਲਗਾਨੀ ਆ, ਵੀ ਮੈਂ ਬਿਜਲੀ ਦੇ ਨਾਲ ਸ਼ਰਤ ਲਗਾਉਣੀ ਹੈ। ਬਿਜਲੀ ਦੇ ਨਾਲ ਕਾਹਦੀ ਸ਼ਰਤ ਲੱਗੂਗੀ? ਇਹ ਵੀ ਇੱਕ ਕਲਪਨਾ ਹੈ ਕਵੀ ਦੀ। ਬਿਜਲੀ ਹੈ ਜਿਹੜੀ ਉਹਦੀ ਕਿੰਨੀ ਹੁੰਦੀ ਹੈ ਸਪੀਡ ਬਿਜਲੀ ਦੀ। ਸੋ ਬਿਜਲੀ ਦੇ ਮਤਲਬ ਕੀ ਆ, ਉਹਦੇ ਨਾਲ ਮੇਰੀ ਇੱਕ ਸ਼ਰਤ ਹੈ। ਖਿੜ ਖਿੜ ਹੱਸਨੀ ਆ, ਉਹਨੂੰ ਸ਼ਰਮਾਨੀ ਆ, ਅਤੇ ਜਦੋਂ ਮੈਂ ਖਿੜ ਖਿੜ ਕੇ ਹੱਸਦੀ ਹਾਂ ਅਤੇ ਬਿਜਲੀ ਵੀ ਸ਼ਰਮਾਉਂਦੀ ਹੈ। ਕਵੀ ਨੇ ਕਲਪਨਾ ਰੂਪ ਵਿੱਚ ਕਿਹਾ। ਸਰਲ ਅਰਥ ਹੋ ਰਿਹਾ ਨਾ ਵਧੀਆ। ਅਗਰ ਸਾਰ ਆ ਜੇ ਤੁਸੀਂ ਐਵੇਂ ਹੀ ਲਿਖ ਦੇਣਾ ਜਿਵੇਂ ਮੈਂ ਕਹਿ ਰਿਹਾ, ਬਸ ਔਖੇ ਸ਼ਬਦਾਂ ਦੇ ਤੁਸੀਂ ਅਰਥ ਧਿਆਨ ਦੇ ਵਿੱਚ ਰੱਖਣੇ। ਤਾਰੇ ਕੇਸਾਂ ਦੇ ਵਿੱਚ ਗੁੰਦਾਨੀ ਆ, ਗੁੰਦਣਾ ਹੈ ਨਾ, ਜਿਵੇਂ ਆਪਣੀ ਕੁੜੀਆਂ ਜਿਹੜੀਆਂ ਹੁੰਦੀਆਂ ਉਹ ਗੁੱਤ ਗੁੰਦਦੀਆਂ। ਜਦੋਂ ਮੁੰਡਾ ਜਿਵੇਂ ਜੂੜਾ, ਆਪਾਂ ਜੂੜਾ ਕਹਿ ਦਿੰਦੇ, ਸਾਡੇ ਕੇਸ ਜਿਹੜੇ ਮੁੰਡਿਆਂ ਦੇ ਹੁੰਦੇ ਆ ਉਹ ਆਪਾਂ ਜੂੜਾ ਗੁੰਦਣਾ ਕਹਿ ਦਿੰਦੇ ਆ, ਹੈ ਨਾ। ਗੁੰਦਣਾ ਮਤਲਬ ਕੀ ਆ? ਉਹਨਾਂ ਵਾਲਾਂ ਨੂੰ ਇੱਕ ਤਰ੍ਹਾਂ ਦੀ ਇੱਕ ਤਰਤੀਬ ਦੇਣੀ, ਉਸ ਨੂੰ ਆਪਾਂ ਕਹਿ ਦਿੰਦੇ ਗੁੰਦਣਾ। ਤਾਰੇ ਕੇਸਾਂ ਦੇ ਵਿੱਚ ਗੁੰਦਾਨੀ ਹੈ, ਉਹ ਤਾਰੇ ਆ ਜਿਹੜੇ ਅਸਮਾਨ ਦੇ, ਉਹਨਾਂ ਨੂੰ ਮੈਂ ਕੇਸਾਂ ਦੇ ਵਿੱਚ ਗੁੰਦ ਲੈਂਦੀ ਹਾਂ। ਚੰਦ ਮੱਥੇ 'ਤੇ ਚਾਹ ਲਟਕਾਨੀ ਹਾਂ। ਚੰਦਰਮਾ ਜਿਹੜਾ ਚੰਦ, ਉਸ ਨੂੰ ਮੈਂ ਮੱਥੇ 'ਤੇ ਲਟਕਾਨੀ ਹਾਂ, ਮਤਲਬ ਚੰਦ ਅਤੇ ਤਾਰਿਆਂ ਨੂੰ ਮੈਂ ਆਪਣੇ ਗਹਿਣੇ ਬਣਾ ਲੈਂਦੀ ਹਾਂ। ਅੱਗੇ ਸੁਣੋ ਕਵੀ ਕੀ ਕਹਿੰਦਾ। ਨੀਲੇ ਅਰਸ਼ਾਂ 'ਤੇ ਠੁਮਕਦੀ ਜਾਨੀ ਹਾਂ। ਠੁਮਕਦੇ ਜਾਣਾ ਦਾ ਮਤਲਬ ਹੁੰਦਾ ਖੁਸ਼ੀ ਨਾਲ ਨੱਚਦੇ ਟੱਪਦੇ ਜਾਣਾ, ਹੈ ਨਾ। ਠੁਮਕਦੇ ਜਾਣਾ, ਜਦੋਂ ਆਪਾਂ ਖੁਸ਼ੀ ਦਾ ਭਾਵ ਪ੍ਰਗਟ ਕਰਦੇ ਹਾਂ ਨਾ, ਅਤੇ ਆਪਾਂ ਉਸ ਸਥਿਤੀ ਦੇ ਵਿੱਚ ਕੀ ਕਰਦੇ ਹਾਂ, ਨੱਚਦੇ ਟੱਪਦੇ ਜਾਂਦੇ ਹਾਂ। ਸੋ ਇਹ ਖੁਸ਼ੀ ਦਾ ਭਾਵ ਪ੍ਰਗਟ ਕਰਨ ਵਾਸਤੇ ਹੈ। ਮੀਂਹ ਕਿਰਨਾਂ ਦਾ ਪਈ ਵਸਾਨੀ ਹੈ, ਉਹ ਜਿਹੜਾ ਕਿਰਨਾਂ ਦਾ ਮੀਂਹ ਹੈ ਜਿਹੜਾ ਉਹ ਪੈ ਰਿਹਾ ਹੈ। ਅੱਗੇ ਜਿੰਦ ਕਣੀਆਂ ਦੀ ਲੁੱਟ ਲੁਟਾਨੀ ਹਾਂ, ਮੈਂ ਆਪਣੀ ਕਣੀਆਂ ਰੂਪੀ ਜਿੰਦ ਹੈ ਜਿਹੜੀ, ਜਿੰਦ ਮਤਲਬ ਜ਼ਿੰਦਗੀ ਹੈ ਜਿਹੜੀ, ਉਹ ਲੁਟਾ ਦਿੰਨੀ ਹਾਂ ਉਸ ਪਰਮ ਪਿਤਾ ਪਰਮਾਤਮਾ ਤੋਂ। ਜਿੰਦ ਮਤਲਬ ਜ਼ਿੰਦਗੀ। ਅਰਸ਼ੀ ਪੀਂਘ ਕਮਾਨ ਬਣਾਨੀ ਆ। ਅਰਸ਼ੀ ਦਾ ਮਤਲਬ ਹੁੰਦਾ ਅਸਮਾਨ ਦੇ ਵਿੱਚ। ਅਸਮਾਨ ਦੇ ਵਿੱਚ ਮੈਂ ਜਿਹੜੀ ਪੀਂਘ ਕਮਾਨ, ਉਹ ਜਿਹੜੀ ਬਣ ਜਾਂਦੀ ਹੈ ਨਾ, ਸੱਤ ਰੰਗੀ ਪੀਂਘ ਬਣਦੀ ਹੈ ਨਾ, ਜਦੋਂ ਬਰਸਾਤ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਇੱਕ ਸੱਤ ਰੰਗੀ ਪੀਂਘ ਇਸ ਤਰ੍ਹਾਂ ਬਣ ਜਾਂਦੀ ਹੈ, ਤਾਂ ਉਸ ਨੂੰ ਕਿਹਾ ਵੀ ਅਰਸ਼ੀ ਪੀਂਘ ਕਮਾਨ ਬਣਾਨੀ ਹੈ। ਮੈਂ ਉਹ ਜਿਹੜੀ ਕਮਾਨ ਜਿਹੜੀ ਬਣਦੀ ਹੈ ਉਸ ਨੂੰ ਮੈਂ ਪੀਂਘ ਬਣਾ ਕੇ ਉਸ ਦੇ ਉੱਪਰ ਝੂਟਦੀ ਹਾਂ। ਰੰਗ ਰੂਪ ਦੇ ਤੀਰ ਵਸਾਨੀ, ਮੈਂ ਆਪਣੇ ਰੰਗ ਰੂਪ ਦੇ ਤੀਰ ਹੈ ਜਿਹੜੇ ਉਹ ਮਾਰ ਰਹੀ ਹਾਂ। ਵਸਾਨੀ ਹੈ ਮਤਲਬ ਤੀਰ ਮਾਰ ਰਹੀ ਹਾਂ, ਨਿਸ਼ਾਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਲਗਾਉਣਾ, ਹੈ ਨਾ। ਹਾਂ, ਨੂਰ ਅੱਖੀਆਂ ਵਿੱਚ ਸਮਾਨੀ ਹੈ। ਨੂਰ ਦਾ ਮਤਲਬ ਹੁੰਦਾ ਰੌਸ਼ਨੀ, ਪ੍ਰਕਾਸ਼, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅੱਖੀਆਂ ਵਿੱਚ ਸਮਾਨੀ ਹੈ, ਮੇਰੀਆਂ ਅੱਖਾਂ ਦੇ ਵਿੱਚ ਉਸ ਪਰਮਾਤਮਾ ਦਾ ਨੂਰ ਵਸਿਆ ਹੋਇਆ। ਨੂਰੋ ਨੂਰ ਹੋਵੰਦੜੀ ਜਾਨੀ ਹੈ, ਅਤੇ ਮੈਂ ਉਸ ਪਰਮਾਤਮਾ ਦੇ ਨੂਰ ਵਿੱਚ, ਪਰਮਾਤਮਾ ਦੀ ਰੌਸ਼ਨੀ ਵਿੱਚ ਹੋਰ ਰੌਸ਼ਨੀ ਮੇਰੇ ਵਿੱਚ ਆ ਰਹੀ ਹੈ। ਨੂਰੋ ਨੂਰ ਹੁੰਦੀ ਜਾ ਰਹੀ ਹਾਂ ਮੈਂ, ਨੂਰ ਨੂਰੀਆਂ ਨੂੰ ਪਈ ਲਾਨੀ ਹਾਂ, ਅਤੇ ਮੈਂ ਅੱਗੇ ਵੀ ਆਪਣਾ ਜਿਹੜੀ ਇਹ ਰੌਸ਼ਨੀ ਹੈ ਦੂਜਿਆਂ ਨੂੰ ਵੀ ਵੰਡਦੀ ਜਾਨੀ ਹਾਂ। ਇਹ ਆਪਣੀ ਕਵਿਤਾ ਹੋ ਗਈ ਨਾ ਕਲੀਅਰ। ਦੇਖਿਆ ਕਿੱਡੀ ਵਧੀਆ ਕਵਿਤਾ ਲਿਖੀ ਆ ਭਾਈ ਵੀਰ ਸਿੰਘ ਨੇ। ਇਹ ਕਵਿਤਾ ਥੋੜ੍ਹੀਆਂ ਜਿਹੀਆਂ ਦੋ ਗੱਲਾਂ ਸੁਣ ਲਓ ਬਸ। ਇੱਕ ਤਾਂ ਗੱਲ ਤੁਸੀਂ ਮੇਨ ਇਹ ਯਾਦ ਰੱਖਣੀ ਆ ਵੀ ਇਹ ਕਵਿਤਾ ਦੇ ਵਿੱਚ ਕਵੀ ਨੇ ਸੋਹਣੀ ਮਹੀਵਾਲ ਦੀ ਕਵਿਤਾ ਨੂੰ ਆਧਾਰ ਬਣਾ ਕੇ ਇਹ ਕਵਿਤਾ ਲਿਖੀ ਹੈ। ਦੂਸਰਾ, ਇਸ ਕਵਿਤਾ ਦੇ ਵਿੱਚ ਕਲਪਨਾ ਦੀ ਪੇਸ਼ਕਾਰੀ ਹੋਈ ਹੈ। ਠੀਕ ਹੈ ਜੀ, ਗੱਲ ਕਲੀਅਰ ਹੋ ਗਈ। ਹੁਣ ਤੁਸੀਂ ਸੁਣੋ ਵੀ ਅਗਲੀ ਕਵਿਤਾ ਕਿਹੜੀ ਹੈ। ਹਾਂ, ਅਗਲੀ ਕਵਿਤਾ ਦਾ ਸਰਲੇਖ ਹੈ ਸਮਾਂ। ਭਾਈ ਵੀਰ ਸਿੰਘ ਜੀ ਸਮੇਂ ਨੂੰ ਸੰਭਾਲਣ ਦਾ ਸਾਨੂੰ ਦੱਸ ਰਹੇ ਹੈ ਵੀ ਸਾਨੂੰ ਸਮਾਂ ਸੰਭਾਲ ਲੈਣਾ ਚਾਹੀਦਾ। ਸਮੇਂ ਦੇ ਮਹੱਤਵ ਬਾਰੇ ਲਿਖੀ ਗਈ ਹੈ ਇੱਕ ਛੋਟੀ ਜਿਹੀ ਕਵਿਤਾ, ਸੁਣੋ ਕੀ ਹੈ। ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ,
ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਹੋ ਅੱਜ ਸੰਭਾਲ ਸਮੇਂ ਨੂੰ ਕਰ ਸਫਲ ਉਡੰਦਾ ਜਾਵੰਦਾ, ਇਹ ਠਹਿਰਣ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸਮਾਂ ਲੰਘ ਗਿਆ, ਮੁੜ ਕੇ ਨਹੀਂ ਆਉਂਦਾ ਦੁਬਾਰੇ। ਹੁਣ ਤੁਸੀਂ ਸੁਣੀ, ਅੱਧੇ ਅਰਥ ਤੁਹਾਨੂੰ ਸਮਝ ਆ ਗਏ। ਲਓ ਮੈਂ ਤੁਹਾਡੇ ਨਾਲ ਅੱਧੇ ਅਰਥ ਮੈਂ ਕਰ ਦਿੰਦਾ। ਸਮੇਂ ਕਵਿਤਾ ਬਾਰੇ ਇੱਕ ਵੀ ਪ੍ਰਸ਼ਨ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ, ਪੇਪਰ ਦੇ ਵਿੱਚ ਧਿਆਨ ਰੱਖਣਾ। ਤੁਸੀਂ ਸੁਣੋ, ਕਵੀ ਕਹਿੰਦਾ ਰਹੀ ਵਾਸਤੇ ਘੱਤ, ਵੀ ਮੈਂ ਵਾਸਤੇ ਪਾਉਂਦੀ ਰਹੀ। ਰਹੀ ਸ਼ਬਦ ਹੈ ਜਿਹੜਾ, ਇਹ ਆਪਾਂ ਇਸਤਰੀ ਵਾਸਤੇ ਵਰਤਦੇ ਹਾਂ। ਜੇ ਰਿਹਾ ਹੁੰਦਾ ਤਾਂ ਪੁਰਖ ਵਾਸਤੇ ਹੋਣਾ ਸੀ, ਹੁਣ ਇਹ ਸ਼ਬਦ ਹੈ ਇਸਤਰੀ ਵਾਸਤੇ ਵਰਤਿਆ ਗਿਆ। ਇਹਦਾ ਮਤਲਬ ਕਿ ਕਵੀ ਆਪਣੇ ਆਪ ਨੂੰ ਇਸ ਕਵਿਤਾ ਦੇ ਵਿੱਚ ਵੀ ਇਸਤਰੀ ਰੂਪ ਵਿੱਚ ਪੇਸ਼ ਕਰ ਰਿਹਾ ਹੈ। ਠੀਕ ਹੈ ਵਿਦਿਆਰਥੀਓ, ਸਮਝ ਲੱਗੀ ਨਾ ਗੱਲ ਦੀ? ਜਿਵੇਂ ਪਿਛਲੀ ਕਵਿਤਾ ਦੇ ਵਿੱਚ ਕੀਤਾ ਸੀ ਕਵੀ ਨੇ, ਉਵੇਂ ਇਸ ਕਵਿਤਾ ਦੇ ਵਿੱਚ ਵੀ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਪੇਸ਼ ਕਰ ਰਿਹਾ ਕਵੀ। ਕੀ ਕਹਿੰਦਾ? ਰਹੀ ਵਾਸਤੇ ਘੱਤ, ਵਾਸਤੇ ਘੱਤਣਾ, ਆ ਦੇਖੋ ਇਹਨੂੰ ਆਪਾਂ ਡਾਰਕ ਕੀਤਾ ਹੋਇਆ। ਵਾਸਤੇ ਘੱਤਣਾ ਇੱਕ ਮੁਹਾਵਰਾ ਹੁੰਦਾ। ਵਾਸਤੇ ਘੱਤਣਾ ਦਾ ਮਤਲਬ ਹੁੰਦਾ ਮਿੰਨਤਾਂ ਕਰਨੀਆਂ, ਤਰਲੇ ਕਰਨੇ। ਆਪਾਂ ਉਸ ਨੂੰ ਕਹਿ ਦਿੰਦੇ ਆ ਵਾਸਤੇ ਘੱਤਣੇ। ਠੀਕ ਆ ਬਾਈ, ਮਿੰਨਤਾਂ ਕਰਨੀਆਂ। ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ, ਮੈਂ ਮਿੰਨਤਾਂ ਤਰਲੇ ਕਰਦੀ ਰਹਿ ਗਈ ਪਰ ਸਮੇਂ ਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ। ਅੱਗੇ ਸੁਣੋ, ਫੜ ਰਹੀ ਤਰੀਕ, ਮੈਂ ਉਸ ਸਮੇਂ ਨੂੰ ਫੜ ਰਹੀ। ਤਰੀਕ ਦਾ ਮਤਲਬ ਹੁੰਦਾ, ਆ ਲਓ ਇੱਥੇ ਲਿਖ ਦਿੰਦਾ ਮੈਂ, ਤਰੀਕ ਦਾ ਮਤਲਬ ਘਸੀਟ। ਮੈਂ ਫੜ ਕੇ ਘਸੀਟ ਕੇ, ਇੱਕ ਕਲਪਨਾ ਹੈ ਕਵੀ ਦੀ ਇੱਕ ਕਲਪਨਾ ਹੈ ਵੀ ਮੈਂ ਫੜ ਕੇ ਘਸੀਟ। ਹੁਣ ਸਮੇਂ ਨੂੰ ਆਪਾਂ ਘਸੀਟ ਨਹੀਂ ਸਕਦੇ, ਸਮੇਂ ਨੂੰ ਆਪਾਂ ਫੜ ਨਹੀਂ ਸਕਦੇ, ਪਰ ਕਵੀ ਕਹਿੰਦਾ ਹੈ ਕਿ ਮੈਂ ਉਸ ਨੂੰ ਘਸੀਟ ਕੇ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਪਰ ਸਮਾਂ ਕੰਨੀ ਖਿਸਕਾ ਗਿਆ। ਖਿਸਕਾਈ, ਕੰਨੀ ਖਿਸਕਾਉਣਾ ਸੁਣਿਆ ਨਾ ਤੁਸੀਂ? ਕੰਨੀ ਖਿਸਕਾਉਣਾ ਇੱਕ ਮੁਹਾਵਰਾ ਹੈ ਬੇਟਾ ਜੀ। ਕੰਨੀ ਖਿਸਕਾਉਣਾ ਦਾ ਮਤਲਬ ਹੁੰਦਾ ਭੱਜ ਜਾਣਾ। ਲਓ ਜੀ, ਭੱਜ ਗਿਆ ਸਮਾਂ। ਤਾਂ ਸਮਾਂ ਨਹੀਂ ਕਿਸੇ ਵਾਸਤੇ ਖੜਦਾ, ਸਮਾਂ ਤਾਂ ਗਿਆ। ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਮੈਂ ਘਸੀਟ ਕੇ ਸਮੇਂ ਨੂੰ ਤਰਲੇ ਮਿੰਨਤਾਂ ਕਰਕੇ ਉਸ ਨੂੰ ਫੜ ਕੇ ਰੱਖਦੀ ਰਹੀ, ਪਰ ਸਮਾਂ ਮੇਰੇ ਹੱਥੋਂ ਨਿਕਲ ਗਿਆ, ਭੱਜ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਮੈਂ ਉਸ ਨੂੰ ਕਿਵੇਂ ਵੀ ਕਿਸੇ ਵੀ ਤਰੀਕੇ ਨਾਲ ਰੋਕ ਨਹੀਂ ਸਕੀ। ਅਟਕ ਜੋ ਪਾਈ ਭੰਨੀ, ਅਟਕ ਮਤਲਬ ਜੋ ਆਪਾਂ ਰੋਕ, ਸਮੇਂ ਦੇ ਰਾਹ ਵਿੱਚ ਜੋ ਰੋਕ ਕੋਈ ਅਟਕ ਲਾਈ ਸੀ, ਉਹ ਉਸ ਸਮੇਂ ਨੇ ਭੰਨੀ ਮਤਲਬ ਤੋੜ ਦਿੱਤੀ। ਸਮਾਂ ਨਹੀਂ ਰੁਕਦਾ, ਤੋੜ ਦਿੱਤੀ ਉਹ ਰੋਕ ਸਮੇਂ ਦੀ। ਠੀਕ ਹੈ ਬਈ, ਸਮੇਂ ਨੇ। ਹਾਂ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਆਪਣੀ ਤ੍ਰਿਖੇ ਆਪਣੇ ਵੇਗ, ਸਮੇਂ ਦੀ ਚਾਲ ਹੈ ਜਿਹੜੀ, ਉਸ ਨੂੰ ਬੇਟਾ ਜੀ ਕੌਣ ਫੜ ਸਕਿਆ? ਸਮਾਂ ਤਾਂ ਲੰਘਦਾ ਜਾ ਰਿਹਾ। ਤ੍ਰਿਖੇ ਆਪਣੇ ਵੇਗ, ਆਪਣੀ ਚਾਲ ਦੇ ਵਿੱਚ ਚੱਲਦਾ ਜਾ ਰਿਹਾ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਸਮਾਂ ਜਿਹੜਾ ਉਹ ਬੰਨੇ ਬੰਨੀ ਟੱਪ ਕੇ ਚਲਾ ਗਿਆ। ਹੋ ਅੱਜ ਸੰਭਾਲ ਇਸ ਸਮੇਂ ਨੂੰ, ਹੋ ਹੇ ਮਨੁੱਖ, ਹੋ ਦਾ ਮਤਲਬ ਹੇ ਮਨੁੱਖ, ਤੂੰ ਅੱਜ ਇਸ ਸਮੇਂ ਨੂੰ ਸੰਭਾਲ ਲੈ, ਕਰ ਸਫਲ ਉਡੰਦਾ ਜਾਵਦਾ। ਇਹ ਤਾਂ ਸਫਲ ਹੋ ਕੇ, ਸਫਲਾ ਹੈ ਸਮਾਂ, ਸਫਲ ਹੋ ਕੇ ਉੱਡਿਆ ਜਾ ਰਿਹਾ ਹੈ, ਮਤਲਬ ਸਮਾਂ ਖਤਮ ਹੁੰਦਾ ਜਾ ਰਿਹਾ ਹੈ। ਇਹ ਠਹਿਰਣ ਜਾਚ ਨਾ ਜਾਣਦਾ, ਸਮੇਂ ਨੂੰ ਠਹਿਰਣ ਦੀ ਜਾਚ, ਠਹਿਰਣ ਦਾ ਢੰਗ, ਜਾਚ ਮਤਲਬ ਢੰਗ ਜਾਂ ਤਰੀਕਾ ਆਪਾਂ ਕਹਿ ਦਿੰਦੇ ਹਾਂ। ਸਮੇਂ ਨੂੰ ਠਹਿਰਣ ਦਾ ਢੰਗ ਤਰੀਕਾ ਹੈ ਨਹੀਂ। ਲੰਘ ਗਿਆ ਨਾ ਮੁੜ ਕੇ ਆਉਂਦਾ, ਇਹ ਜੋ ਸਮਾਂ ਲੰਘ ਗਿਆ ਇਹ ਵਾਪਸ ਨਹੀਂ ਆਊਗਾ। ਵਿਦਿਆਰਥੀਓ, ਇਹ ਤੁਹਾਡੇ ਵਾਸਤੇ ਮੈਸੇਜ ਹੈ ਇਸ ਜਮਾਤ ਦੇ ਵਿੱਚ ਵੀ ਤੁਸੀਂ ਸਮਾਂ ਹੈ ਜਿਹੜਾ ਉਹ ਉਸ ਨੂੰ ਵਿਅਰਥ ਨਹੀਂ ਗਵਾਉਣਾ ਹੈਗਾ। ਠੀਕ ਹੈ ਜੀ, ਇਹ ਕਵਿਤਾ ਆਪਣੀ ਕਲੀਅਰ ਹੋ ਗਈ ਹੈ ਨਾ। ਅਗਲੀ ਕਵਿਤਾ ਤੇ ਚੱਲੀਏ ਫਿਰ ਆਪਾਂ। ਅਗਲੀ ਕਵਿਤਾ ਜਿਹੜੀ ਆਪਣੀ ਉਹਦਾ ਸਿਰਲੇਖ ਹੈ ਇਲਮ ਅਮਲ। ਇਲਮ ਦਾ ਮਤਲਬ ਹੁੰਦਾ ਵਿਦਿਆ, ਗਿਆਨ। ਇਲਮ ਦਾ ਮਤਲਬ ਤਾਂ ਹੋ ਗਿਆ, ਠੀਕ ਹੈ ਜੀ, ਇੱਕ ਇਲਮ ਲਿਖਿਆ ਹੋਇਆ, ਇੱਕ ਅਮਲ। ਇਲਮ ਦਾ ਮਤਲਬ ਤਾਂ ਹੋ ਗਿਆ ਵਿਦਿਆ, ਜਿਹੜੀ ਆਪਾਂ ਤੁਸੀਂ ਪੜ੍ਹਾਈ ਕਰ ਰਹੇ ਹੋ ਨਾ, ਇਹਨੂੰ ਆਪਾਂ ਵਿਦਿਆ ਕਹਿ ਦਿੰਦੇ ਹਾਂ, ਹੈ ਨਾ, ਗਿਆਨ ਪ੍ਰਾਪਤ ਕਰ ਰਹੇ ਹੋ। ਅਮਲ ਦਾ ਮਤਲਬ ਹੁੰਦਾ ਵਿਵਹਾਰ। ਅਮਲ ਦਾ ਮਤਲਬ ਹੁੰਦਾ ਵਿਵਹਾਰ। ਇੱਕ ਤਾਂ ਆਪਾਂ ਗਿਆਨ ਪ੍ਰਾਪਤ ਕਰਨਾ ਤੇ ਦੂਜਾ ਉਸ ਨੂੰ ਅਮਲ ਦੇ ਵਿੱਚ ਲਿਆਉਣਾ, ਭਾਵ ਉਸ ਨੂੰ ਸਾਡੇ ਵਾਸਤਵਿਕ ਜੀਵਨ ਦੇ ਵਿੱਚ ਉਸ ਨੂੰ ਉਤਾਰਨਾ, ਉਸ ਗਿਆਨ ਨੂੰ, ਉਸ ਦੇ ਉੱਪਰ ਅਮਲ ਕਰਨਾ। ਜਿਵੇਂ ਆਪਾਂ ਪੜ੍ਹਦੇ ਹਾਂ ਵੀ ਸੱਚ ਬੋਲੋ ਹੈ ਨਾ, ਲਿਖਿਆ ਹੁੰਦਾ ਹੈ ਨਾ, ਕਿੰਨੇ ਆਪਾਂ ਮੈਸੇਜ ਹੁੰਦੇ ਆ ਸਾਡੀਆਂ ਕਿਤਾਬਾਂ ਦੇ ਵਿੱਚ ਭਰੇ ਪਏ ਆ, ਪਰ ਜਦੋਂ ਆਪਾਂ ਅਸਲੀ ਜੀਵਨ ਦੇ ਵਿੱਚ ਸੱਚ ਬੋਲਣ ਲੱਗ ਜਾਈਏ ਉਹਨੂੰ ਆਪਾਂ ਕਹਿ ਦਿੰਦੇ ਹਾਂ ਅਮਲ।
ਜਿੰਨਾ ਚਿਰ ਤਾਂ ਆਪਾਂ ਪੜ੍ਹੀ ਜਾਂਦੇ ਹਾਂ ਕਿਤਾਬਾਂ ਦੇ ਵਿੱਚ ਵੀ ਸੱਚ ਬੋਲਣਾ ਚਾਹੀਦਾ, ਉਹਨੂੰ ਤਾਂ ਆਪਾਂ ਕਹਾਂਗੇ ਇਲਮ। ਪਰ ਜਦੋਂ ਆਪਾਂ ਆਪ ਉਸ ਚੀਜ਼ ਨੂੰ ਧਾਰਨ ਕਰ ਲਿਆ, ਆਪਾਂ ਆਪ ਜ਼ਿੰਦਗੀ ਦੇ ਵਿੱਚ ਆਪਾਂ ਪ੍ਰਣ ਕਰ ਲਿਆ ਵੀ ਆਪਾਂ ਹਮੇਸ਼ਾ ਸੱਚ ਬੋਲਾਂਗੇ, ਉਸ ਨੂੰ ਕਿਹਾ ਜਾਂਦਾ ਅਮਲ। ਠੀਕ ਹੈ ਜੀ। ਇਹ ਕਵਿਤਾ ਦਾ ਮੈਂ ਵਾਚਨ ਕਰਦਾ, ਤੁਸੀਂ ਸੁਣੋ ਧਿਆਨ ਨਾਲ। ਕਵੀ ਕੀ ਕਹਿੰਦਾ? ਕਹਿੰਦਾ ਸਿਰ ਕਚਕੌਲ ਬਣਾ ਹੱਥ ਲੀਤਾ, ਪੜ੍ਹਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਭਰਿਆ। ਇੱਕ ਤਾਂ ਸ਼ਬਦ ਆਇਆ ਕਚਕੌਲ, ਹੈ ਨਾ। ਦੁਆਰੇ ਫਿਰ ਮੈਂ ਪੜ੍ਹਦਾ, ਸੁਣੋ ਧਿਆਨ ਨਾਲ। ਸਿਰ ਕਚਕੌਲ ਬਣਾ ਹੱਥ ਲੀਤਾ, ਪੜ੍ਹਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਇਹ ਭਰਿਆ। ਭਰਿਆ ਦੇਖ ਅਫਰਿਆ ਮੈਂ ਸਾਂ, ਜਾਣਾ ਪੰਡਤ ਹੋਆ, ਟਿਕੇ ਨਾ ਪੈਰ ਜਮੀ ਤੇ ਮੇਰਾ, ਉੱਚਾ ਹੋ ਟੁਰਿਆ। ਅੱਛਾ, ਅੱਗੇ ਕਵੀ ਕੀ ਕਹਿੰਦਾ? ਇੱਕ ਦਿਨ ਇੱਕ ਚਕੌਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਹੀ, ਦੇਖੋ ਇਹ ਕਚਕੌਲ ਲਿਸ਼ਕਿਆ, ਕਮਲ ਵਾਂਗ ਫਿਰ ਖਿੜਿਆ। ਲਓ ਹੁਣ ਇਸ ਕਵਿਤਾ ਦੇ ਵਿੱਚ ਕਵੀ ਇਲਮ ਤੇ ਅਮਲ ਦੋਨਾਂ ਦੇ ਵਿੱਚ ਇੱਕ ਦੱਸ ਰਿਹਾ ਵੀ ਇਹਨਾਂ ਦੇ ਵਿੱਚ ਫਰਕ ਕੀ ਹੈ। ਜਦੋਂ ਆਪਾਂ ਕਿਸੇ ਕੋਈ ਚੀਜ਼ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਾਂ, ਉਸ ਗਿਆਨ ਨੂੰ ਜਦੋਂ ਆਪਾਂ ਸਾਡੇ ਵਿਵਹਾਰ ਦੇ ਵਿੱਚ ਉਤਾਰ ਲੈਂਦੇ ਹਾਂ, ਦੋਨਾਂ ਚੀਜ਼ਾਂ ਦੇ ਵਿੱਚ ਫਰਕ ਦੱਸਿਆ ਕਵੀ ਨੇ। ਕਵੀ ਕਹਿੰਦਾ ਸਿਰ ਕਚਕੌਲ ਬਣਾ ਹੱਥ ਲੀਤਾ। ਸਿਰ, ਮੈਂ ਆਪਣੇ ਸਿਰ ਨੂੰ, ਅੱਛਾ ਦਿਮਾਗ ਆਪਣਾ ਦਿਮਾਗ ਕਿੱਥੇ ਹੁੰਦਾ? ਸਾਡੇ ਸਿਰ ਦੇ ਵਿੱਚ ਹੁੰਦਾ ਦਿਮਾਗ, ਹੈ ਨਾ। ਦਿਮਾਗ ਹੈ ਜਿਹੜਾ, ਸਿਰ ਮਤਲਬ ਦਿਮਾਗ ਹੈ ਜਿਹੜਾ, ਮੈਂ ਉਸ ਨੂੰ ਕਚਕੌਲ, ਕਚਕੌਲ ਸ਼ਬਦ ਹੈ ਜਿਹੜਾ, ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ। ਕੱਚ ਪਲੱਸ ਕੌਲ, ਕੌਲ ਤੁਸੀਂ ਸੁਣਿਆ ਹੀ ਹੋਣਾ, ਕੌਲਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕੌਲਾ ਭਾਂਡਾ ਜਿਹੜਾ ਹੁੰਦਾ, ਹੈ ਨਾ, ਜਿਹੜਾ ਭਿੱਖਿਆ ਵਗੈਰਾ ਮੰਗਣ ਵਾਸਤੇ ਭਾਂਡਾ ਹੁੰਦਾ, ਉਸ ਨੂੰ ਆਪਾਂ ਕਹਿ ਦਿੰਦੇ ਹਾਂ ਕੌਲ। ਮਤਲਬ ਕੱਚ ਦਾ ਭਾਂਡਾ, ਕੱਚ ਦਾ ਕੌਲਾ, ਇਹਦਾ ਕਚਕੌਲ ਦਾ ਮਤਲਬ ਬਣਦਾ ਕੱਚ ਦਾ ਭਾਂਡਾ। ਮੈਂ ਆਪਣੇ ਦਿਮਾਗ ਨੂੰ ਕੀ ਕੀਤਾ? ਕੱਚ ਦਾ ਭਾਂਡਾ ਬਣਾ ਕੇ ਹੱਥ ਲੀਤਾ, ਹੱਥ ਦੇ ਵਿੱਚ ਲੈ ਲਿਆ। ਸਿਰ ਕਚਕੌਲ ਬਣਾ ਹੱਥ ਲੀਤਾ, ਪੜ੍ਹਿਆ ਦੁਆਰੇ ਫਿਰਿਆ। ਤੇ ਪੜ੍ਹਿਆ ਦੇ ਦੁਆਰੇ ਮਤਲਬ ਦਰਵਾਜ਼ੇ ਤੇ ਮੈਂ ਫਿਰਨ ਲੱਗ ਗਿਆ ਗਿਆਨ ਪ੍ਰਾਪਤ ਕਰਨ ਵਾਸਤੇ। ਦੁਆਰੇ ਭਾਵ ਦਰਵਾਜ਼ੇ, ਦਰ ਦਰ ਤੇ ਮੈਂ ਲੋਕਾਂ ਦੇ ਫਿਰਦਾ ਰਿਹਾ। ਅੱਗੇ ਕੀ ਹੋਇਆ? ਦਰ ਦਰ ਦੇ ਟੁੱਕ ਮੰਗ ਮੰਗ ਪਾਏ। ਟੁੱਕ ਦਾ ਮਤਲਬ ਹੁੰਦਾ ਟੁਕੜੇ। ਜਿਵੇਂ ਇੱਕ ਭਿਖਾਰੀ ਮੰਗਣ ਜਾਂਦਾ ਹੈ ਨਾ, ਉਸ ਨੂੰ ਮਤਲਬ ਕੀ ਹੈ, ਕੋਈ ਜਿਵੇਂ ਅੱਧੀ ਰੋਟੀ ਪਾ ਦਿੰਦਾ, ਕੋਈ ਇੱਕ ਰੋਟੀ ਜਿੰਨੀ ਕੁ ਸਮਰੱਥਾ ਹੁੰਦੀ ਹੈ। ਉਵੇਂ ਹੀ ਜਦੋਂ ਕਵੀ ਕਹਿੰਦਾ ਵੀ ਮੈਂ ਗਿਆਨ ਪ੍ਰਾਪਤ ਕਰਨ ਗਿਆ, ਗਿਆਨ ਮੰਗਣ ਗਿਆ, ਤਾਂ ਮੈਨੂੰ ਕਿਸੇ ਨੇ ਮਤਲਬ ਟੁੱਕ ਮਤਲਬ ਥੋੜ੍ਹਾ ਥੋੜ੍ਹਾ ਗਿਆਨ ਮੈਂ ਲੋਕਾਂ ਕੋਲੋਂ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ। ਇਲਮ ਮਤਲਬ ਗਿਆਨ ਪ੍ਰਾਪਤ ਕਰਨਾ ਸ਼ੁਰੂ ਕੀਤਾ। ਦਰ ਦਰ ਦੇ ਟੁੱਕ ਮੰਗ ਮੰਗ ਪਾਏ। ਮੈਂ ਇਸ ਦਿਮਾਗ ਦੇ ਵਿੱਚ ਵੱਖ-ਵੱਖ ਮਤਲਬ ਕੀ ਆ, ਤਾਂ ਵੱਖ-ਵੱਖ ਤਰ੍ਹਾਂ ਨਾਲ ਵੱਖ-ਵੱਖ ਮੈਂ ਆਪਣੇ ਗੁਰੂਆਂ ਦੀ ਸਹਾਇਤਾ ਨਾਲ ਇਹ ਦਿਮਾਗ ਨੂੰ ਮੈਂ ਗਿਆਨ ਦੇ ਨਾਲ ਭਰ ਲਿਆ। ਤੁੰਨ ਤੁੰਨ ਕੇ ਇਹ ਭਰਿਆ, ਤੁੰਨ ਤੁੰਨ ਕੇ ਮੈਂ ਇਸ ਨੂੰ ਭਰ ਲਿਆ। ਤੁੰਨ ਤੁੰਨ ਕੇ ਮਤਲਬ ਉੱਪਰ ਤੱਕ ਜਦੋਂ ਆਪਾਂ ਕਿਸੇ ਚੀਜ਼ ਨੂੰ ਭਰ ਦਿੰਦੇ ਹਾਂ, ਉਦੋਂ ਆਪਾਂ ਕਹਿੰਦੇ ਤੁੰਨ ਤੁੰਨ ਕੇ ਭਰਤਾ। ਭਰਿਆ ਦੇਖ ਅਫਰਿਆ ਮੈਂ ਸਾਂ। ਅੱਛਾ, ਅਫਰਿਆ ਦਾ ਮਤਲਬ ਹੁੰਦਾ ਹੰਕਾਰ ਆ ਜਾਣਾ। ਜਦੋਂ ਕਿਸੇ ਦੇ ਵਿੱਚ ਹੰਕਾਰ ਆ ਜਾਂਦਾ, ਉਸ ਨੂੰ ਕਹਿ ਦਿੰਦੇ ਆ ਨਾ ਵੀ ਆਹ ਬੜਾ ਆਫਰਿਆ ਫਿਰਦਾ, ਹੰਕਾਰ ਆ ਜਾਣਾ ਵੀ ਫਲਾਣਾ ਬੰਦਾ ਤਾਂ ਆਫਰਿਆ ਫਿਰਦਾ, ਮਤਲਬ ਉਹਦੇ ਵਿੱਚ ਹੰਕਾਰ ਆਇਆ ਫਿਰਦਾ, ਆਫਰ ਜਾਣਾ। ਭਰਿਆ ਦੇਖ ਅਫਰਿਆ ਮੈਂ ਸਾਂ, ਜਾਣਾ ਪੰਡਤ ਹੋਇਆ। ਜਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਦਿਮਾਗ ਦੇ ਵਿੱਚ ਤਾਂ ਬਹੁਤ ਗਿਆਨ ਭਰਿਆ ਗਿਆ, ਜਾਣਾ ਪੰਡਤ ਹੋਇਆ, ਮੈਂ ਆਪਣੇ ਆਪ ਨੂੰ ਪੰਡਤ ਸਮਝਣ ਲੱਗ ਗਿਆ। ਪੰਡਤ ਮਤਲਬ ਵਿਦਵਾਨ, ਮੈਂ ਵੱਡਾ ਵਿਦਵਾਨ ਆਪਣੇ ਆਪ ਨੂੰ ਸਮਝਣ ਲੱਗ ਗਿਆ। ਟਿਕੇ ਨਾ ਪੈਰ ਜ਼ਮੀਨ ਤੇ ਮੇਰਾ ਫਿਰ ਪੈਰ ਜ਼ਮੀਨ ਤੇ ਨਹੀਂ ਲੱਗਣ ਲੱਗਾ। ਮਤਲਬ ਜ਼ਮੀਨ ਤੇ ਪੈਰ ਨਾ ਲੱਗਣੇ ਦਾ ਮਤਲਬ ਹੁੰਦਾ ਹੈ ਵੀ ਜਦੋਂ ਕੋਈ ਬੰਦਾ ਆਪਣੇ ਆਪ ਨੂੰ ਜ਼ਿਆਦਾ ਉੱਚਾ ਸਮਝਣ ਲੱਗ ਜੇ, ਉਹਦੇ ਵਾਸਤੇ ਆਪਾਂ ਵਰਤਦੇ ਹਾਂ ਵੀ ਫਲਾਣੇ ਦੇ ਤਾਂ ਪੈਰ ਨਹੀਂ ਜ਼ਮੀਨ ਤੇ ਲੱਗਦੇ। ਟਿਕੇ ਨਾ ਪੈਰ ਜ਼ਮੀਨ ਤੇ ਮੇਰਾ, ਉੱਚਾ ਹੋ ਤੁਰਿਆ। ਮੈਂ ਆਪਣੇ ਆਪ ਨੂੰ ਉੱਚਾ ਕਰਕੇ ਤੁਰਨ ਲੱਗ ਗਿਆ ਵੀ, ਕਿਉਂਕਿ ਮੈਂ ਆਪਣੇ ਆਪ ਨੂੰ, ਕਵੀ ਕਹਿੰਦਾ ਮੈਂ ਆਪਣੇ ਆਪ ਨੂੰ ਸਮਝਣ ਲੱਗ ਗਿਆ ਵੀ ਮੇਰੇ ਜਿੰਨਾ ਤਾਂ ਗਿਆਨ ਹੀ ਕਿਸੇ ਨੂੰ ਨਹੀਂ। ਤੇ ਜਿਹਨੂੰ ਇਹ ਭੁਲੇਖਾ ਪੈ ਜੇ ਵੀ ਮੇਰੇ ਜਿੰਨਾ ਗਿਆਨ ਨਹੀਂ ਕਿਸੇ ਨੂੰ, ਤੇ ਉਹ ਕੀ ਕਰਦਾ ਫਿਰ? ਉੱਚਾ ਹੋ ਕੇ ਤੁਰਦਾ, ਹੈ ਨਾ, ਮੂੰਹ ਉਹ ਸਿੱਧਾ ਐਵੇਂ ਕਰਕੇ, ਜਿਵੇਂ ਮੇਰੇ ਰਿਐਕਸ਼ਨ ਦੇਖ ਰਹੇ ਹੋ ਤੁਸੀਂ। ਹਾਂ, ਅੱਗੇ ਸੁਣੋ ਕੀ ਕਹਿੰਦਾ ਕਵੀ। ਇੱਕ ਦਿਨ ਇਹ ਕਚਕੌਲ ਲੈ ਗਿਆ। ਕਵੀ ਕਹਿੰਦਾ ਇਹ ਇੱਕ ਦਿਨ ਮੈਂ ਆਪਣੇ ਦਿਮਾਗ ਰੂਪੀ ਕੱਚ ਦੇ ਬਰਤਨ ਨੂੰ ਲੈ ਕੇ ਮੁਰਸ਼ਦ ਮੂਹਰੇ ਧਰਿਆ। ਮੁਰਸ਼ਦ ਮਤਲਬ ਗੁਰੂ। ਮੈਂ ਆਪਣੇ ਗੁਰੂ ਦੇ ਮੂਹਰੇ ਮਤਲਬ ਅੱਗੇ, ਮੈਂ ਆਪਣੇ ਗੁਰੂ ਦੇ ਅੱਗੇ ਲਿਜਾ ਕੇ ਜਦੋਂ ਧਰਿਆ,
ਤੇ ਅੱਗੋਂ ਗੁਰੂ ਕੀ ਕਹਿੰਦਾ, ਝੂਠ ਝੂਠ ਕਰ ਉਸ ਉਲਟਾਇਆ ਖਾਲੀ ਸਾਰਾ ਕਰਿਆ। ਮੇਰਾ ਗੁਰੂ ਕਹਿੰਦਾ ਵੀ ਤੂੰ ਜਿੰਨਾ ਗਿਆਨ ਪ੍ਰਾਪਤ ਕੀਤਾ ਉਹ ਸਾਰਾ ਝੂਠਾ ਹੈ, ਝੂਠਾ। ਇਹ ਗਿਆਨ ਤਾਂ ਤੇਰੇ ਅਸਲ ਜੀਵਨ ਦੇ ਵਿੱਚ ਕੰਮ ਹੀ ਨਹੀਂ ਆਉਣਾ। ਉਸ ਉਲਟਾਇਆ, ਉਸਨੇ ਮੇਰਾ ਸਾਰਾ ਜਿਹੜਾ ਗਿਆਨ ਸੀ ਉਸ ਨੂੰ ਉਲਟਾ ਦਿੱਤਾ, ਖਾਲੀ ਸਾਰਾ ਕਰਿਆ। ਮੇਰੇ ਦਿਮਾਗ ਰੂਪੀ ਭਾਂਡੇ ਨੂੰ ਖਾਲੀ ਕੀਤਾ, ਉਹਦੇ ਵਿੱਚੋਂ ਜਿਹੜੀ ਹੰਕਾਰ ਦੀ ਜਿਹੜੀ ਮੈਲ ਸੀ ਉਸ ਨੂੰ ਉਤਾਰਿਆ। ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਹੀ। ਇਲਮ ਮਤਲਬ ਵਿਦਿਆ, ਉੱਪਰ ਆਪਾਂ ਗੱਲ ਕਰ ਚੁੱਕੇ ਹਾਂ ਨਾ ਇਸ ਸ਼ਬਦ ਦੀ। ਜਿਹੜੀ ਵਿਦਿਆ ਰੂਪੀ ਹੰਕਾਰ ਦੀ ਜਿਹੜੀ ਮੈਲ ਮੇਰੇ ਦਿਮਾਗ ਤੇ ਚੜ੍ਹੀ ਹੋਈ ਸੀ, ਉਹ ਮੇਰੇ ਗੁਰੂ ਨੇ ਆਪਣੇ ਵਿਚਾਰਾਂ ਦੇ ਨਾਲ ਮਲ ਮਲ ਕੇ ਮੇਰੇ ਇਸ ਦਿਮਾਗ ਨੂੰ ਧੋ ਦਿੱਤਾ। ਦੇਖੋ ਇਹ ਕਚਕੌਲ ਲਿਸ਼ਕਿਆ ਤੇ ਮੇਰਾ ਇਹ ਦਿਮਾਗ ਰੂਪੀ ਕੱਚ ਦਾ ਭਾਂਡਾ ਜਿਹੜਾ ਇਹ ਲਿਸ਼ਕਿਆ, ਭਾਵੇਂ ਚਮਕ ਗਿਆ, ਕਿਉਂਕਿ ਮੈਲ ਲੈ ਗਈ ਨਾ। ਜਦੋਂ ਕਿਸੇ ਭਾਂਡੇ 'ਚੋਂ ਆਪਾਂ ਮੈਲ ਉਤਾਰ ਦਿੰਦੇ ਆ ਤਾਂ ਉਹ ਮੈਲ ਲਾਤੀ ਜਦੋਂ ਤੇ ਕਿੰਨਾ ਚਮਕ ਜਾਂਦਾ ਹੈ ਨਾ। ਕਮਲ ਵਾਂਗ ਫਿਰ ਖਿੜਿਆ ਤੇ ਕਮਲ ਦੇ ਫੁੱਲ ਵਾਂਗ ਇਹ ਜਿਹੜਾ ਮੇਰਾ ਦਿਮਾਗ ਰੂਪੀ ਭਾਂਡਾ ਹੈ ਇਹ ਖਿੜ ਗਿਆ। ਕਿੱਡੀ ਸੋਹਣੀ ਕਵਿਤਾ ਹੈ ਨਾ। ਇਲਮ ਤੇ ਅਮਲ ਦੀ ਗੱਲ ਕੀਤੀ ਆ ਕਵੀ ਨੇ, ਵੀ ਇੱਕ ਤਾਂ ਹੁੰਦਾ ਗਿਆਨ ਪ੍ਰਾਪਤ ਕਰ ਲੈਣਾ, ਦੂਸਰਾ ਉਸ ਗਿਆਨ ਤੇ ਅਮਲ ਕਰਨਾ। ਆਪਣੇ ਵੀ ਕਹਿ ਦਿੰਦੇ ਆ ਨਾ ਘਰ ਪਰਿਵਾਰ ਦੇ ਵਿੱਚ ਵੀ ਫਲਾਣੀ ਗੱਲ ਤੇ ਵੀ ਅਮਲ ਕਰ, ਤੂੰ ਅਮਲ ਕਰ, ਮਤਲਬ ਉਸ ਨੂੰ ਅਸਲੀ ਜੀਵਨ ਦੇ ਵਿੱਚ ਉਸ ਗੱਲ ਨੂੰ ਉਤਾਰ। ਠੀਕ ਹੈ ਬਈ, ਆਪਣੇ ਹੋ ਗਏ ਪਾਠ ਕਲੀਅਰ। ਇਹ ਜਿਹੜਾ ਪਾਠ ਆਪਣਾ ਕਲੀਅਰ ਹੋ ਗਿਆ। ਇਹਦੇ ਵਿੱਚ ਆਪਾਂ 3 ਕਵਿਤਾਵਾਂ ਪੜ੍ਹੀਆਂ ਹੈ ਨਾ। ਇੱਕ ਆਪਾਂ ਪੜ੍ਹੀ ਸੀ ਚੜ੍ਹ ਚੱਕ ਤੇ ਚੱਕ ਘੁਮਾਨੀ ਆ, ਇੱਕ ਆਪਾਂ ਕਵਿਤਾ ਪੜ੍ਹੀ ਹੈ ਸਮਾਂ, ਤੇ ਇੱਕ ਆਪਾਂ ਕਵਿਤਾ ਪੜ੍ਹੀ ਹੈ ਇਲਮ ਅਮਲ। ਅਗਲੀ ਜਿਹੜੀ ਕਵਿਤਾ ਜਿਹੜਾ ਅਗਲਾ ਆਪਣਾ ਚੈਪਟਰ ਹੋਊਗਾ, ਅਗਲਾ ਪਾਠ ਹੋਊਗਾ, ਅਗਲੀ ਵੀਡੀਓ ਹੋਊਗੀ, ਉਹਦੇ ਵਿੱਚ ਆਪਾਂ ਇਹਦੇ ਨਾਲ ਸੰਬੰਧਿਤ ਜਿਹੜੇ ਅਭਿਆਸ ਪ੍ਰਸ਼ਨ ਆ ਉਹ ਦੇਖਾਂਗੇ, ਉਹਨਾਂ ਦੇ ਉੱਤਰਾਂ ਬਾਰੇ ਗੱਲ ਕਰਾਂਗੇ। ਜਲਦੀ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ।